वाहेगुरु ज्यों बोलाए त्यों बोलिए, जहाँ आप बुलाए सोए। गुरमुख बानी ब्रह्म है, शब्द मिलावा होए। सज्जन सच्चा पातशाह, सिर साहंद साहो। जिस पास बैठिया सोहिए, सबना दावे साहो। सतनाम श्री वाहिगुरु साहिब जी। श्लोक महला चौथा। बिन सतगुर सेवे जी के बंधना, जेते कर्म कमाहे। बिन सतगुर सेवे ठवर ना पावही, मर जम्मह आवह जाहे। बिन सतगुर सेवे जी के बंधना, जेते कर्म कमाहे। बिन सतगुर सेवे ठवर ना पावही, मर जम्मह आवह जाहे। बिन सतगुर सेवे फिक्का बोलना, नाम ना वसै मन आए। नानक बिन सतगुर सेवे, जमपुर बद्धे मारियह। मोह काल उठ जाहे। बिन सतगुर सेवे फिक्का बोलना, नाम ना वसै मन आए। नानक बिन सतगुर सेवे, जमपुर बद्धे मारियह। मोह काल उठ जाहे। वाहिगुरु जी का खालसा, वाहिगुरु जी की फतेह। गुर सिंघासन ते प्रकाशमान, छतर चवर तख्त दे मालिक, तमाम संसार नूं अनंत बख्शिशां नाल झोली भरनहारे। जीवन दी हर क्रिया विच जीवन जाच सिखावनहारे सतगुरु, जो एक मन होके इस दर ते मस्तक झुका लैंदे, दाते दी रहमत नाल झोली भर लैंदा है। ऐसी कृपालता दे सागर साहिब श्री गुरु ग्रंथ साहिब जी महाराज जी दे अमृत वेले सचखंड श्री हरमंदर साहिब श्री दरबार साहिब जी दे अंदर प्रकाशमान हुंदियां आए अज दे पावन हुक्म नूं, जिथे अमृत वेले संगतां ने साहिब दे दरबार विच पावन बोल मुख वाक दे शरवण कीते तथा PTC चैनल राही
ਵਿਸ਼ਵ ਭਰ ਦੀਆਂ ਸੰਗਤਾਂ ਨੇ ਉਸ ਪਾਵਨ ਹੁਕਮ ਨੂੰ ਸੁਣਿਆ। ਉਸ ਪਾਵਨ ਹੁਕਮ ਦੀ ਇਸ ਸਮੇਂ ਵਿਚਾਰ ਕਰਨ ਹਿਤ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਦਰ ਨਾਲ ਜੁੜ ਬੈਠੇ ਹੋ। ਸਾਹਿਬ ਰਹਿਮਤ ਕਰਨ। ਇਸ ਪਾਵਨ ਹੁਕਮ ਨੂੰ ਪੜ੍ਹਦਿਆਂ, ਸੁਣਦਿਆਂ, ਵਿਚਾਰਦਿਆਂ ਇਹ ਸੁਰਤ ਸ਼ਬਦ ਦੇ ਘਰ ਵਿੱਚ ਚਲੀ ਜਾਏ। ਜੀਵਨ ਗੁਰ ਆਸ਼ੇ ਅਨੁਸਾਰ ਕਦਮ ਉਠਾਏ। ਮਾਲਕ ਆਪ ਰਹਿਮਤ ਕਰਨ ਜੀ। ਆਓ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਚੌਥਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਜੇਤੇ ਕਰਮ ਕਮਾਹੇ। ਇਹ ਪਾਵਨ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 552 ਅੰਗ ਤੋਂ ਆਰੰਭ ਹੋ ਕੇ 553 ਅੰਗ ਤੇ ਸੰਪੂਰਨ ਹੁੰਦਾ ਹੈ। ਬਿਹਾਗੜੇ ਕੀ ਵਾਰ ਚੋਂ ਇਹ 11ਵੀਂ ਪੌੜੀ ਨਾਲ ਸੰਬੰਧਿਤ 2 ਸ਼ਲੋਕ ਤੇ 1 ਪੌੜੀ ਹੈ। ਇੱਕ ਸ਼ਲੋਕ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਦੂਸਰਾ ਸ਼ਲੋਕ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਤੇ ਪੌੜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੈ। ਸਾਹਿਬ ਸ਼ਲੋਕ ਮਹੱਲਾ ਚੌਥਾ ਦੇ ਸਿਰਲੇਖ ਨਾਲ ਪਾਵਨ ਹੁਕਮ ਆਰੰਭ ਕਰਦੇ ਨੇ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਜੇਤੇ ਕਰਮ ਕਮਾਹੇ। ਚੂँकि ਦੁਨੀਆ ਦੀ ਆਦਤ ਹੈ ਕਰਮ ਕਰਨੇ। ਇੱਕ ਕਰਮ ਨੇ ਸੰਸਾਰਕ ਕਰਮ, ਦੁਨੀਆ ਦਾ ਕੰਮਕਾਰ। ਇੱਕ ਕਰਮ ਨੇ ਅਖੌਤੀ ਧਰਮ ਦੇ ਕਰਮ। ਆਖਣ ਵਿੱਚ ਹੀ ਉਹ ਧਰਮ ਦੇ ਕਰਮ ਕਹੇ ਜਾਂਦੇ ਨੇ। ਅਸਲ ਵਿੱਚ ਧਰਮ ਦੀ ਨਾ ਉੱਥੇ ਸੇਧ ਮਿਲਦੀ ਹੈ, ਨਾ ਧਰਮ ਦੀ ਮੰਜ਼ਿਲ ਵੱਲ ਕਦਮ ਹੀ ਉੱਠਦੇ ਨੇ। ਤੇ ਜੇ ਬਿਨਾਂ ਸਤਿਗੁਰੂ ਦੇ ਸੇਵੇ, ਗੁਰੂ ਦੇ ਉਪਦੇਸ਼ ਨੂੰ ਸੇਵਨ ਕਰਨ ਤੋਂ ਬਗੈਰ ਤੇ ਗੁਰੂ ਦੇ ਦਰ ਦੀ ਸੇਵਾ ਕਰਨ ਤੋਂ ਬਗੈਰ ਜਿੰਨੇ ਕਰਮ ਕੀਤੇ ਜਾਂਦੇ ਨੇ ਉਹ ਜੀ ਦਾ ਬੰਧਨ ਹੀ ਨੇ। ਭਾਵ ਅੰਦਰ ਦੀ ਸੁਰਤ ਨੂੰ ਆਜ਼ਾਦ ਨਹੀਂ ਕਰਦੇ। ਅੰਦਰ ਦਾ ਹਉਮੈ ਦਾ ਭਾਵ ਉਸ ਕਰਮ ਨਾਲ ਜੁੜ ਕੇ ਇੱਕ ਹੰਕਾਰ ਦੇ ਬੰਧਨ ਵਿੱਚ ਫਸ ਜਾਂਦਾ ਹੈ। ਔਰ ਇਹ ਗੱਲ ਸੱਚ ਹੈ। ਤੀਰਥ ਤੇ ਗਿਆ, ਕਿਹਾ ਮੈਂ ਤੀਰਥ ਇਸ਼ਨਾਨ ਕੀਤਾ, ਭਾਵੇਂ ਅੰਮ੍ਰਿਤ ਵੇਲੇ ਜਾਗਿਆ ਤੇ ਇਸ਼ਨਾਨ ਕੀਤਾ ਤੇ ਕਹਿ ਦਿੱਤਾ ਮੈਂ ਇਸ਼ਨਾਨ ਕੀਤਾ। ਭਾਵੇਂ ਧਰਮ ਗ੍ਰੰਥ ਪੜ੍ਹੇ, ਮੈਂ ਬੇਨਤੀ ਕਰਾਂ ਅੰਦਰ ਹੰਕਾਰ ਵੱਧਦਾ ਗਿਆ। ਇਸ ਕਰਕੇ ਉਹ ਕੀਤੇ ਕਰਮ ਜਿਸ ਨਾਲ ਜੀਵ ਆਤਮਾ ਆਜ਼ਾਦ ਨਾ ਹੋਵੇ, ਮੁਕਤ ਨਾ ਹੋਵੇ, ਸਾਹਿਬ ਕਹਿੰਦੇ ਨੇ ਉਹ ਸਾਰੇ ਦੇ ਸਾਰੇ ਕਰਮ ਬਿਨਾਂ ਸਤਿਗੁਰੂ ਦੇ ਉਪਦੇਸ਼ ਨੂੰ ਕਮਾਇਆ ਉਹ ਜੀ ਦਾ ਬੰਧਨ ਹੀ ਬਣਦੇ ਹਨ ਜੀ। ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ, ਮਰ ਜੰਮਹਿ ਆਵਹਿ ਜਾਹੇ। ਸਤਿਗੁਰੂ ਇੱਕ ਉਪਦੇਸ਼ ਦਿੰਦੇ ਨੇ, ਸਿਮਰਨ ਕਰ, ਟਿਕ ਜਾ, ਨਿਜ ਘਰ ਵਿੱਚ ਆ ਜਾ, ਸੁਰਤ ਆਪੇ ਵਿੱਚ ਸਮੋ ਲੈ। ਪਰ ਜੇ ਉਹ ਸਤਿਗੁਰੂ ਦਾ ਉਪਦੇਸ਼ ਸੇਵਨ ਨਹੀਂ ਕੀਤਾ ਫਿਰ ਠੌਰ ਨਹੀਂ ਮਿਲਦੀ, ਟਿਕਾਣਾ ਨਹੀਂ ਮਿਲਦਾ, ਘਰ ਨਹੀਂ ਮਿਲਦਾ। ਮਰ ਜੰਮੈ ਆਵੇਂ ਜਾਹੇ। ਭਲਾ ਇਹ ਕੋਈ ਟਿਕਾਣਾ ਤੇ ਨਾ ਹੋਇਆ ਵੀ ਜਨਮ ਲਿਆ, ਭਾਵੇਂ ਮਨੁੱਖਾ ਤਨ ਦਾ ਚਾਹੇ ਪਸ਼ੂ ਪੰਛੀ ਦਾ।
कदी 2 ਲੱਤਾਂ वाली माँ के पेट तो, कदी 4 ਲੱਤਾਂ वाली माँ के पेट तो, कदी 6 ਲੱਤਾਂ वाली माँ के पेट तो जन्म लिया। ऐसे घर हम बहुत बसाए, जब हम राम गर्भ हो आए। वो गर्भ जूनी विच मर जम्मै आवें जाहे। कई बारी सैकड़े साल की उम्र हो जाती, जैसे सर्प आर जारी बिन सिमरन जो जीवन बलना। सर्प जैसे आर जारी लंबी उम्र। वो भी जी ने जिन्हां दी सैकड़े साल उम्र हो जाती। वो भी जी ने सवेरे जमते ने, दोपहर नूं जवानी आउंदी ते रात नूं मौत हो जाती। ऐसे भी सूक्ष्म जी ने। वो मरे ते जम्मे, आवे ते जाए। ठौर कित्थों मिलेगी, टिकाना कित्थों मिलेगा जे टिकण वाली थां दा उपदेश गुरु द्वारा कमाया नहीं। ते हजूर कहंदे ने बिना सतगुरु तो सेवन तो बगैर ठवर नहीं मिलती, टिकाना नहीं मिलता। मरते ने जमते ने ते फिर मरते ने। भला ये कोई जीवन का सफ़र तो ना होया। जन्म लिया, 50 साल 60 साल 70 साल जीविया, ते जदों जन्म लिया सी जिहो जी जीवात्मा की अवस्था उस समय सी, उस तो भी बदतर हो के दुनिया तो तुर गया। औगना विकारां दी पंड बन के दुनिया तो तुर गया। एक गल ध्यान च रखियो, ना सेवा कमाई, ना सिमरन किया, ना पर उपकार किया, ना किसी का भला किया। बुराई करदियां, जुल्म करदियां, अत्याचार करदियां, पाप कमाउंदियां जिंदगी बतीत हो गई। साहब कहंदे ने टिकाना उस नूं रब दे घर दा नहीं मिलता है जी। बिन सतगुर सेवे फिका बोलना, नाम ना वसै मन आए। बिना सतगुरु तो सेवे मन विच नाम नहीं वसिया। मन विच ओही पुरातन आदतां फिका बोलदा है। चूंकि मिठ बोलड़ा जी हर सज्जन स्वामी मोरा, हों संभल थकी जी वो कदे ना बोले कौड़ा। कौड़ा बोल ना जाने। कई बार लोग कहते ने तू मैनू गाल मंदा कढ़दा, कढ़नियां मैनू भी आउंदियां ने। कौड़ा मैनू भी आउंदा बोलना, पर मैं बोलता नहीं हाँ। पर साहब कहते ने रब नूं ते कौड़ा बोलना आउंदा ही नहीं। इहो जिहा रब अंदर वसिया होवे ते क्यों फिक्का बोलेगा। हे जेबा हे रसगे मदर प्रिया तुयंग सत हतंग बादंग। भला ए जुबान तेनू मिठा बड़ा चंगा लगदा है, तू कौड़ा किते खान नू मिल जाए ते थू थू कर दी। हे जेबे हे रसगे मदर प्रिया तुंग सत हतंग बादंग। तेरी आदत यह है भी तू खाना ते मिठा पसंद कर दी है, पर बोलती कौड़ा। तेरे बोल दूजे नू चंगे लगणगे। एक गल थोड़ी जरूर ध्यान च रखियो, जे अंदर मन विच नाम नहीं वसिया जुबान कौड़ा बोलेगी। तो गुरु नानक पातशाह कहते ने नानक फिक्के बोले है। तन मन फिक्का होए, फिक्को फिक्का सदी है। फिक्के फिक्की सोए, फिक्का दर कह सटी है। मुँह थुका फिक्के पाए, फिक्का मूर्ख आखी है। पाना लह सजाए। कलगीधर दशमेश पातशाह जी के दरबार विच दीवान की समाप्ति हुई। एक शेर का तमाशा करने वाला कलंदर आ गया ते कहंदा जी मैनू आग्या दिओ। क्षमा करना, रिछ का तमाशा करने वाला कलंदर आ गया। कहंदा जी मैनू आग्या दिओ, मैं रिछ का तमाशा विखा दें। सतगुरु कहंदे विखा। तो संगतां हैरान सन भी पहला शब्द का बेअंत प्रवाह चलिया, तो हुण सतगुरु रिछ का तमाशा विखाउण की आग्या दे रहे हैं। खैर रिछ वाले ने अपना तमाशा आरंभिया। पुठियां सीधियां छालां वो सिखे हुए रिछ ने मारियां। संगतां हस हस लोटपोट हो रही सन। तो जिहड़ा चौर बरदार भाई कीर्तिया सी ना, वो भी इन्ना हसिया भी चौर उत्थों डिग पिया। तो सतगुरु जरा गंभीर होए तो कहन लगे कीर्तिया होश कर, सेवा विच जुड़िया होया।
महाराज हासा आ रहा ते सतगुरु कहते जेड़े रिछ नूं वेख के इसका तमाशा वेख के हस रहे तेरा प्यो शोभा राम है। महाराज ये मेरा प्यो शोभा राम जेड़ा गुरु दरबार विच कड़ाह प्रसाद की सेवा निभाउंदा रहा उन्होंने रिछ बनाया जे आपया चौर मैं चलिया मैनू पता नहीं किहड़ी जूने पाओगे। ते सतगुरु कहंदे गल सुन तेरा पिता शोभा राम मिठा अमृत वर्गा कड़ाह प्रसाद ते वरतांदा सी पर जुबान बड़ी फिक्की सी। एक बारी भाई धन्ना सिंह जो रहत बैद दे अमृतधारी पूर्ण गुरसिख वो किते जा रहे सन राहे राह गड्ढा लैके उन्हें वेखिया संपूर्णता हुई है मैं कड़ाह प्रसाद लै जावां गड्ढा राहे राह सी जल्दी नाल आए ते आके कहंदे ने भाई जी कड़ाह प्रसाद दे दिओ। ते अगों शोभा राम बोलिया तेरा पिता बोलिया बह जा रिछ वांगू क्यों नचदा फिरदा। ते अगों भाई धन्ना सिंह दे मुख चों बोल निकले रिछ वांगू ते तू खान वड्डण नूं पैंदा है रिछ तू बन मैं क्यों बना। वो करनी वाले रहत बैद दे सिख चो निकले बचन पूरे हो गए। भाई कीर्तिया जे कड़ाह प्रसाद अमृत वर्गा मिठा वरतौंदियां जुबान भी मिठी रखदा ते अज रिछ ना बनदा। मैं बेनती कर दिया जदों जुबान फिक्का बोलती है वो दूसरे का दिल दुखाती है वो रब नूं प्रवान नहीं अंदर तमो गुणी प्रभावित होंदा है। मैं बेनती करा जिथे तमो गुण आ जाता है उथे सतो गुण शुभ गुण नाश हो जाते ने। जिथे अग बलेगी एक गल ध्यान च रखियो वो अग बलदी वाला थां पट्ठा उथे पौधा पैदा नहीं होवेगा ते जेड़े हिरदे विच क्रोध की अग बलदी होवेगी उथे शुभ गुण ते धर्म का पौधा भी पैदा नहीं होवेगा। इस करके सतगुरु कहन लगे भलिया वो फिक्का बोलन वाले उन्हां दे मन विच नाम नहीं वसिया कदे। ओ शायद इस समय उत्तराखंड होवे पहला यूपी का इलाका गुरु नानक पातशाह रीठे थले पैंदे ने कौड़ा है इसकी जड़ कौड़ी है इसका बीज कौड़ा है इसके फल कौड़े ने खानदानी सुभाव है रीठे का कड़वा होना। पर गुरु नानक पातशाह थले बैठते शब्द गाउंदे उस शब्द का सूक्ष्म असर उस रीठे विच समो जांदा रीठा मिठा हो गया। मैं बेनती करा मिठा रीठा अज भी खलोता है उस रीठे तो अगाह पैदा होए रीठे भी मिठे हो गए। तो भाई वीर सिंह जी कहते ने वो खलोता रीठा होया मीठा रीठा वो सारे संसार नू एक अंतर सूक्ष्म आवाज नाल होका दे रहा है कि रीठस मीठ पुकार करे बन बीच पहाड़ उजार खड़ा सतगुर नानक दर्शन देकर पाव सागर के पार करा। गुर संग किया हम मीठ भये गुर लाख करोड़ उपकार किया जो मानक हो ना मीठ पया त्रिकार बड़ा। कहंदा यारो मैं कौड़ा रीठा गुरु नानक दा संग कीता मिठा हो गया। जेड़े गुरु नानक दी बाणी पढ़ के ते सुन के अजे भी कौड़े रह गए कहंदे ने त्रिकार है वो मैथों भी गए गुवाचे। तो कहते ने बिना सतगुरु नूं सेविया फिक्का बोलना समझ लेना मन विच नाम नहीं वसिया है जी। नानक बिन सतगुर सेवे जामपुर बद्दे बारिया मोह काल उठ जाहे। सतगुरु गुरु रामदास पातशाह चौथा जामा गुरु नानक दा फरमान करते ने नानक बिन सतगुर सेवे जमपुर बद्धे मारी है मोह काल है उठ जाहे। इस दुनिया तो काले मूँह नाल जांदे ने भावें बाहरों चेहरा ते रोज साबन नाल धो के साफ किया पर हिरदे दा चेहरा
ਅੰਦਰ ਦੀ ਮਨ ਦੇ ਮੂੰਹ ਨੂੰ ਸਵਾਰਨ ਵਾਲੀ ਗੁਰੂ ਦੇ ਉਪਦੇਸ਼ ਨਾਲ ਸੇਵਨ ਦੀ ਭਾਵਨਾ ਬਣਾਈ ਨਹੀਂ। ਇਸ ਕਰਕੇ ਅੰਦਰਲਾ ਆਪਾ ਔਗਣ ਵਿਕਾਰਾਂ ਤੇ ਪਾਪਾਂ ਨਾਲ ਹੋਇਆ ਹੋਇਆ ਕਾਲਾ ਦੁਨੀਆ ਤੋਂ ਤੁਰ ਜਾਂਦਾ ਹੈ ਤੇ ਜੋ ਔਗਣਾਂ ਦੀ ਪੰਡ ਲੈ ਕੇ ਧਰਮਰਾਜ ਦੀ ਕਚਹਿਰੀ ਵਿੱਚ ਜਾਂਦੇ ਨੇ, ਉੱਥੇ ਜੰਮਪੁਰ ਬੱਧੇ ਮਾਰੀ ਹੈ, ਉਹਨਾਂ ਨੂੰ ਭਾਰੀ ਸਜ਼ਾ ਮਿਲਦੀ ਹੈ, ਚੂँਕਿ ਲੇਖਾ ਰੱਬ ਮਗੇਸੀਆ ਬੈਠਾ ਕੱਢ ਵਹੀ। ਇਸ ਕਰਕੇ ਸਾਹਿਬ ਕਹਿੰਦੇ ਨੇ ਬਿਨਾਂ ਸਤਿਗੁਰੂ ਦੇ ਸੇਵਨ ਤੋਂ ਕਾਲੇ ਮੂੰਹ ਨਾਲ ਭਾਵ ਔਗਣਾ ਪਾਪਾਂ ਦੀ ਕਾਲਖ ਲੈ ਕੇ ਦੁਨੀਆ ਤੋਂ ਤੁਰਦੇ ਤੇ ਜੰਮਪੁਰੀ ਵਿੱਚ ਉਹਨਾਂ ਨੂੰ ਮਾਰ ਪੈਂਦੀ, ਭਾਵ ਔਗਣ ਵਿਕਾਰਾਂ ਦੀ ਸਜ਼ਾ ਭੋਗਣੀ ਪੈਂਦੀ ਹੈ ਜੀ। ਮਹੱਲਾ ਤੀਜਾ। ਅੱਗੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ 2 ਪੰਕਤੀਆਂ ਦਾ ਸ਼ਲੋਕ ਸਾਹਿਬ ਫਰਮਾਨ ਕਰਦੇ ਹਨ ਜੀ। ਇੱਕ ਸਤਿਗੁਰ ਕੀ ਸੇਵਾ ਕਰਹਿ ਚਾਕਰੀ, ਹਰ ਨਾਮੇ ਲੱਗੈ ਪਿਆਰ। ਇੱਕ ਉਹ ਨੇ ਗੁਰੂ ਕੇ ਸਿੱਖ ਨੇ, ਸ਼ਰਧਾ ਤੇ ਪਿਆਰ ਵਿੱਚ ਭਿੱਜੇ ਹੋਏ ਨੇ, ਉਹ ਸਤਿਗੁਰੂ ਦੀ ਸੇਵਾ ਕਰਦੇ ਨੇ। ਮੈਂ ਬੇਨਤੀ ਕਰਦੇ ਹਾਂ, ਕੁਝ ਦੁਨੀਆ ਦੇ ਚਾਕਰ ਨੇ, ਚਾਕਰ ਲੱਗਾ ਚਾਕਰੀ ਨਾਲੇ ਗਾਰਬਵਾਦ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ। ਇੱਕ ਉਹ ਚਾਕਰ ਨੇ ਜੋ ਭਾਵਨਾ ਨਾਲ ਨਿਮਰਤਾ ਵਿੱਚ ਭਰ ਕੇ ਸਤਿਗੁਰੂ ਦੀ ਸੇਵਾ ਵਿੱਚ ਜੁੜ ਜਾਂਦੇ ਨੇ। ਇੱਕ ਗੱਲ ਧਿਆਨ 'ਚ ਰੱਖ ਲਿਓ, ਸਤਿਗੁਰੂ ਕੀ ਸੇਵਾ ਸਫਲ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਆਓ ਤੇ ਚਾਹੇ ਕਿਸੇ ਵੀ ਥਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਮਾਨ ਹੋਣ ਵਾਲੇ ਗੁਰੂ ਘਰ ਵਿੱਚ ਜਾਓ, ਉੱਥੇ ਭਾਵਨਾ ਨਾਲ ਉਠਾਇਆ ਕਦਮ, ਇੱਕ ਤਿਲ ਮਾਤਰ ਵੀ ਕੀਤੀ ਸੇਵਾ, ਇੱਕ ਅੰਗ ਨਾਲ ਵੀ ਨਿਭਾਇਆ ਕੋਈ ਸੇਵਾ ਦਾ ਕਦਮ, ਉਹ ਨਿਰਾਰਥਕ ਨਹੀਂ ਜਾਂਦਾ। ਸਤਿਗੁਰ ਕੀ ਸੇਵਾ ਸਫਲ ਹੈ, ਪਰ ਜੇ ਕੋ ਕਰੇ ਚਿੱਤ ਲਾਏ, ਚਿੱਤ ਲਾ ਕੇ ਜਦੋਂ ਕੋਈ ਸੇਵਾ ਕਰਦਾ ਹੈ ਤੇ ਇੱਥੇ ਮੇਰੇ ਸਾਹਿਬ ਕਹਿੰਦੇ ਨੇ, ਨਾਨਕ ਇੱਕ ਉਹ ਨੇ ਜਿਹੜੇ ਸਤਿਗੁਰੂ ਦੀ ਸੇਵਾ ਚਾਕਰੀ ਹਰ ਨਾਮ ਨਾਲ ਪਿਆਰ ਕਰਦਿਆਂ ਲਾਉਂਦੇ ਨੇ। ਥੋੜੀ ਗੱਲ ਧਿਆਨ 'ਚ ਰੱਖਿਓ, ਸੇਵਾ ਕਰਦਿਆਂ ਮਨ ਨਿਰਮਲ ਹੁੰਦਾ ਹੈ। ਗੁਰ ਸੇਵਾ ਤੇ ਮਨ ਨਿਰਮਲ ਹੋਵੇ, ਅਗਿਆਨ ਅੰਧੇਰਾ ਜਾਏ, ਨਾਮ ਰਤਨ ਘਰ ਪ੍ਰਗਟ ਹੋਆ। ਚੂँਕਿ ਵਾਹਿਗੁਰੂ ਦੀ ਸੇਵਾ ਕਰਦਿਆਂ ਹਿਰਦਾ ਸ਼ੁੱਧ ਹੋ ਗਿਆ, ਮਨ ਸਾਫ਼ ਹੋ ਗਿਆ, ਹੁਣ ਨਾਮ ਅੰਦਰੋਂ ਪ੍ਰਗਟ ਹੋ ਗਿਆ। ਅਜੇ ਰਸਨਾ ਨਾਲ ਬੋਲਦੇ ਸੀ, ਪਰ ਅੰਦਰੋਂ ਔਗਣ ਪ੍ਰਗਟ ਹੁੰਦੇ ਸੀ, ਅੰਦਰੋਂ ਦੁਨੀਆ ਦੀਆਂ ਖਵਾਇਸ਼ਾਂ ਤੇ ਦੁਨਿਆਵੀ ਖਿਆਲ ਪ੍ਰਗਟ ਹੁੰਦੇ ਸੀ। ਪਰ ਹੁਣ ਸੇਵਾ ਕਰਦਿਆਂ ਮਨ ਨਿਰਮਲ ਹੋ ਗਿਆ ਤੇ ਨਾਮ ਨਾਲ ਪਿਆਰ ਲੱਗ ਗਿਆ। ਇਹ ਗੱਲ ਥੋੜੀ ਧਿਆਨ 'ਚ ਰੱਖਿਓ। ਇੱਕ ਹੈ ਵਾਹਿਗੁਰੂ ਵਾਹਿਗੁਰੂ ਕਰਨਾ, ਇੱਕ ਹੈ ਪਿਆਰ ਵਿੱਚ ਭਿੱਜ ਕੇ ਇਹ ਜਾਣਨਾ ਵਾਹਿਗੁਰੂ ਜੀ ਮੇਰੇ ਕੋਲ, ਉਹ ਮੇਰੇ ਨਾਲ, ਉਹ ਹਰ ਵੇਲੇ ਮੇਰੇ ਅੰਗ ਸੰਗ ਹੈ। ਜਾਣਨਾ ਹੀ ਨਹੀਂ ਹੈ ਨਾ, ਭਾਵਨਾ ਵਿੱਚ ਅਨੁਭਵ ਵਿੱਚ ਰੱਖਣਾ ਵਾਹਿਗੁਰੂ ਜੀ ਮੇਰੇ ਨਾਲ, ਮੇਰੇ ਅੰਦਰ ਬਾਹਰ, ਹਰ ਅੰਦਰ ਬਾਹਰ ਇੱਕ ਤੂੰ ਜਾਣਾ ਭੇਤ, ਤੂੰ ਸਾਰਾ ਭੇਤ ਜਾਣਨ ਵਾਲਾ ਹੈ। ਫਿਰ ਇਤਨੇ ਪਿਆਰ ਵਿੱਚ ਭਿੱਜ ਕੇ ਜਦੋਂ ਬੋਲਦੇ ਨੇ ਨਾ, ਵਾਹਿਗੁਰੂ 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 ਵਾਹਿਗੁਰੂ। ਬਸ ਨਾਮ ਵਿੱਚ ਭਿੱਜੇ ਹੋਏ, ਨਾਮ ਨਾਲ ਪਿਆਰ ਪਾ ਲਿਆ
ਤੇ ਸਤਿਗੁਰੂ ਦੀ ਸੇਵਾ ਵਿੱਚ ਜੁੜ ਗਏ ਜੀ। ਨਾਨਕ ਜਨਮ ਸਵਾਰਨ ਆਪਣਾ, ਕੁਲ ਕਾ ਕਰਨ ਉਧਾਰ। ਆਪਣਾ ਜਨਮ ਦੀ ਸਬਰ ਗਿਆ, ਵਿਗੜਿਆ ਨਹੀਂ। ਕੁਲ ਕਾ ਕਰਨ ਉਧਾਰ, ਚੂੰਕਿ ਹਰ ਗੁਰ ਨਾਨਕ ਜਿਨ ਪਰਸਿਆ, ਤਿੰਨ ਸਭ ਕੁੱਲ ਕੀਓ ਉਧਾਰ। ਇੱਥੇ 21 ਕੁੱਲਾਂ, 101 ਕੁੱਲਾਂ ਦੀ ਗਿਣਤੀ ਨਹੀਂ। ਅੱਜ ਤੱਕ ਸਾਡੇ ਜਿੰਨੇ ਵੀ ਵੱਡੇ ਵਡੇਰੇ ਹੋਏ, ਉਹ ਸਾਰਿਆਂ ਦਾ ਪਾਰ ਨਿਸਤਾਰਾ ਹੋ ਗਿਆ। ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ। ਸੋ ਹਰ ਹਰ ਤੁਮ ਸਦ ਹੀ ਜਾਪੋ, ਜਾਂ ਕਾ ਅੰਤ ਨ ਪਾਰੋ। ਆਪ ਵੀ ਤਰ ਗਏ, ਆਪ ਤਰੇ, ਜਨ ਪਿਤਰਾਂ ਤਾਰੇ। ਸੰਗਤ ਮੁਕਤ ਸੋ ਪਾਰ ਉਤਾਰੇ। ਸਾਹਿਬ ਕਹਿੰਦੇ ਨੇ ਨਾਮ ਦੇ ਸਿਮਰਨ ਕਰਨ ਵਾਲੇ ਆਪਣਾ ਜਨਮ ਵੀ ਸਵਾਰ ਲੈਂਦੇ, ਆਪਣੀਆਂ ਕੁਲਾਂ ਦਾ ਵੀ ਉਧਾਰ ਕਰ ਲੈਂਦੇ ਹਨ ਜੀ। ਪੌੜੀ ਆਪੇ ਚਾਟ ਸਾਲ, ਆਪ ਹੈ ਪਾਦਾ, ਆਪੇ ਚਾਟੜੇ ਪੜਨ ਕਉ ਆਣੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪੌੜੀ ਆਰੰਭ ਹੋਈ, ਜੋ ਵਾਰ ਨਾਲ ਮੁੱਖ ਸੰਬੰਧ। ਆਪੇ ਚਾਟ ਸਾਲ, ਸਾਹਿਬ ਕਹਿੰਦੇ ਨੇ ਵਾਹਿਗੁਰੂ ਆਪ ਹੀ ਆਪਣੀ ਪਾਠਸ਼ਾਲਾ ਬਣਾਉਂਦੇ ਨੇ, ਜਿਹਨੂੰ ਅੱਜ ਦੀ ਭਾਸ਼ਾ ਵਿੱਚ ਸਕੂਲ ਕਾਲਜ ਕਹਿੰਦੇ। ਉਹਨੂੰ ਪੁਰਾਤਨ ਸਮੇਂ ਦੀ ਭਾਸ਼ਾ ਵਿੱਚ, ਪ੍ਰਕਿਰਤਕ ਭਾਸ਼ਾ ਵਿੱਚ ਚਾਟਸਾਲ ਕਿਹਾ ਜਾਂਦਾ ਹੈ। ਇੱਕ ਸਕੂਲ ਹੈ, ਇੱਕ ਪੜ੍ਹਾਉਣ ਵਾਲਾ ਟੀਚਰ ਹੈ, ਮਾਸਟਰ, ਅੱਗੋਂ ਪੜ੍ਹਨ ਵਾਲੇ ਬੱਚੇ ਨੇ। ਇਹ ਤਿੰਨ ਸੰਬੰਧ ਨੇ। ਸਾਹਿਬ ਕਹਿੰਦੇ ਨੇ ਧਰਮ ਦੀ ਦੁਨੀਆ ਵਿੱਚ ਕਰਤੇ ਰਹਿਮਤ ਕਰਕੇ ਪਾਠਸ਼ਾਲਾ ਵੀ ਆਪ ਬਣਾਈ। ਇੱਥੇ ਪਾਂਧਾ ਪੜ੍ਹਾਉਣ ਵਾਲਾ ਉਸਤਾਦ, ਟੀਚਰ ਵੀ ਉਹ ਵਾਹਿਗੁਰੂ ਜੀ ਆਪ ਬਣੇ, ਤੇ ਫਿਰ ਆਪ ਹੀ ਕਿਰਪਾ ਕਰਕੇ ਚਾਟੜੇ ਉਹ ਪੜ੍ਹਨ ਵਾਲੇ ਸਿੱਖਿਆਰਥੀ, ਵਿਦਿਆਰਥੀ, ਉਹ ਪੜ੍ਹਨ ਦੇ ਲਈ ਵੀ ਦਾਤੇ ਦੀ ਰਹਿਮਤ ਨਾਲ ਆਪ ਆਏ। ਇਹ ਸਾਡੇ ਧਰਮ ਦਾ ਸਕੂਲ ਹੈ, ਜਿੱਥੇ ਆਪ ਬੈਠੇ ਹੋ। ਇੱਥੇ ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ, ਟੀਚਰ, ਉਸਤਾਦ, ਕੋਈ ਭਾਸ਼ਾ ਵਰਤ ਲਓ, ਇਹ ਨੇ ਸਾਨੂੰ ਪੜ੍ਹਾਉਣ ਵਾਲੇ। ਤੇ ਜਿਹੜੇ ਇੱਥੇ ਆਏ ਨੇ ਨਾ, ਇਹਨਾਂ ਤੇ ਵੀ ਮਾਲਕ ਨੇ ਆਪ ਕਿਰਪਾ ਕਰਕੇ ਸਾਨੂੰ ਪੜ੍ਹਨ ਦੇ ਲਈ ਇੱਥੇ ਬੁਲਾ ਲਿਆ। ਪਰ ਇੱਕ ਗੱਲ ਥੋੜ੍ਹੀ ਧਿਆਨ 'ਚ ਰੱਖਿਓ, ਬਾਹਰ ਦੀ ਦੁਨੀਆ ਵਿੱਚ ਸਕੂਲ ਖੁੱਲ੍ਹੇ, ਛਟੀਆਂ ਅਨੇਕ ਆਵੇਂ ਜੈਸੇ ਚਟ ਸਾਲ ਵਿਖੇ, ਪੜ੍ਹਤ ਨਾ ਏਕ ਸੇ ਸਰਬ ਹਰ ਕਥ ਜੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਮੈਂ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਵੱਲ ਵੇਖਿਆ, ਆਉਂਦੇ ਤੇ ਸਾਰੇ ਨੇ, ਪਰ ਸਾਰੇ ਇੱਕੋ ਜਿਹੀ ਡਿਗਰੀ ਨਹੀਂ ਹਾਸਲ ਕਰਦੇ। ਸਾਰੇ ਡਾਕਟਰ ਨਹੀਂ ਬਣ ਜਾਂਦੇ, ਸਾਰੇ ਇੰਜੀਨੀਅਰ ਨਹੀਂ ਬਣ ਜਾਂਦੇ। ਕੋਈ ਕੁਛ ਬਣ ਜਾਂਦਾ, ਕੋਈ ਕੁਝ ਬਣ ਜਾਂਦਾ, ਕੋਈ ਕਿੰਨਾ ਕੁ ਪੜ੍ਹਦਾ। ਸਕੂਲ ਇੱਕ, ਪੜ੍ਹਾਉਣ ਵਾਲਾ ਟੀਚਰ ਇੱਕ, ਪੜ੍ਹਨ ਵਾਲੇ ਉਹ ਸਾਰੇ ਬੱਚੇ ਇੱਕੋ ਜਿਹੀ ਡਿਗਰੀ ਹਾਸਲ ਨਹੀਂ ਕਰਦੇ। ਪਰ ਤੈਸੇ ਗੁਰ ਚਰਨ ਸ਼ਰਨ ਹੈ ਅਨਕ ਸਿੱਖ, ਸਤਿਗੁਰ ਕਰਨ ਕਾਰਨ ਸਮਰੱਥ ਜੀ। ਗੁਰੂ ਦੇ ਦਰ ਤੇ ਆਉਣ ਵਾਲੇ ਅਗਰ ਸੱਚਮੁੱਚ ਕੋਈ ਸਿੱਖਿਆਰਥੀ, ਕੋਈ ਸਿੱਖ ਬਣ ਜਾਂਦੇ ਨੇ, ਸਤਿਗੁਰੂ ਸਾਰਿਆਂ ਦੀ ਇੱਕੋ ਜਿਹੀ ਮੰਜ਼ਿਲ ਕਰ ਦਿੰਦੇ ਨੇ। ਬੜੀ ਬਖਸ਼ਿਸ਼ ਹੈ। ਇੱਥੇ ਦਾਤੇ ਨੇ ਆਪ ਰਹਿਮਤ ਕਰਕੇ ਆਪਣੇ ਧਰਮ ਦੀ ਇਹ ਚਾਟਸਾਲ ਖੋਲ੍ਹੀ, ਆਪ ਪਾਂਧਾ ਬਣ ਗਿਆ, ਤੇ ਆਪ ਹੀ ਉਹਨਾਂ ਚਾਟੜੇ ਪੜ੍ਹਨ ਵਾਲਿਆਂ ਦੇ ਅੰਦਰ ਆਪ ਬੈਠ ਕੇ ਧਰਮ ਦੀ ਪੜ੍ਹਾਈ ਵੀ ਮਾਲਕ ਆਪ ਕਰਾਉਂਦਾ ਹੈ ਜੀ। ਆਪੇ ਪਿਤਾ ਮਾਤਾ ਹੈ ਆਪੇ, ਆਪੇ ਬਾਲਕ ਕਰੇ ਸਿਆਣੇ। ਬਾਹਰ ਮਾਂ ਬਾਪ ਹੁੰਦੇ ਨੇ, ਬੱਚੇ ਨੂੰ ਸੰਭਾਲਦੇ ਨੇ, ਵੱਡਾ ਕਰਦੇ ਨੇ, ਪਾਲਦੇ ਨੇ, ਪਰ ਬੱਚੇ ਨੂੰ ਸਿਆਣਾ ਨਹੀਂ ਕਰ ਸਕਦੇ। ਜੈਸੇ ਤਾਤ ਮਾਤ ਗ੍ਰਹਿ ਜਨਮਤ ਸੁਤ ਕਨੇ, ਸਕਲ ਨਾ ਹੋਤ ਸਮਸਰ ਗੁਣ ਗਾਥ ਜੀ। ਭਾਈ ਸਾਹਿਬ ਜੀ ਕਹਿੰਦੇ ਨੇ ਮਾਂ ਬਾਪ, ਦੇਖੋ ਗੁਰੂ ਅਰਜਨ ਦੇਵ ਜੀ, ਇੱਥੇ ਪ੍ਰਿਥਵੀ ਚੰਦ ਜੀ, ਇੱਥੇ ਮਹਾਦੇਵ ਜੀ, ਤਿੰਨ ਭਰਾ। ਇੱਕੋ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗ੍ਰਹਿ ਵਿੱਚ
ਉਹ ਜਨਮ ਲੈਂਦੇ ਨੇ, ਇੱਕੋ ਜਿਹੀ ਪਾਲਣਾ ਕਰਨ ਵਾਲੇ ਸਤਿਗੁਰੂ ਨੇ। ਪਰ ਪ੍ਰਿਥਵੀ ਚੰਦ ਧਰਮ ਦਾ ਵਿਰੋਧੀ, ਗੁਰੂ ਘਰ ਦਾ ਵਿਰੋਧੀ ਬਣ ਜਾਂਦਾ ਹੈ। ਉਹ ਨਾ ਬਾਪ ਦੀ ਇੱਜ਼ਤ ਵੱਲ ਧਿਆਨ ਕਰਦਾ ਹੈ। ਕਹਿਣਾ ਪਿਆ ਨਾ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਬਾਪ ਨਾਲ ਵੀ ਝਗੜਾ ਕਰੇ ਤੇ ਭਰਾ ਨਾਲ ਵੀ ਪੂਰੀ ਵਿਰੋਧਤਾ ਕਮਾਏ। ਮੈਂ ਬੇਨਤੀ ਕਰਾਂ, ਅੱਗੋਂ ਗੁਰੂ ਅਰਜਨ ਦੇਵ ਜੀ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਆਵਨ ਤੇ ਉਹਨਾਂ ਨਾਲ ਵੀ ਘੱਟ ਨਾ ਗੁਜ਼ਾਰੇ, ਕੀ ਆਖੋਗੇ ਤੁਸੀਂ? ਇਹ ਦੁਨਿਆਵੀ ਇੱਕ ਐਸੇ ਰਿਸ਼ਤਿਆਂ ਵਿੱਚ ਮਾਂ ਬਾਪ ਇੱਕ ਹੁੰਦੇ ਨੇ, ਪਰ ਬੱਚਿਆਂ ਨੂੰ ਇੱਕੋ ਜਿਹਾ ਨਹੀਂ ਬਣਾ ਸਕਦੇ। ਪਰ ਧਰਮ ਦੀ ਦੁਨੀਆ ਵਿੱਚ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਇਂਦਾ, ਨਹੀਂ ਕਰਦਾ ਆਲਕ। ਔਗਣ ਕੋ ਨਾ ਚਿਤਾਰਦਾ, ਗਲ ਸੇਤੀ ਲਾਇਕ, ਬਾਹਰ ਪੁੱਤਰ ਘਟਿਆ ਹੋਵੇ, ਪਿਤਾ ਉਸ ਨੂੰ ਜਾਇਦਾਦ ਤੋਂ ਦਖਲ ਕਰ ਦਿੰਦਾ, ਰਿਸ਼ਤੇ ਨਾਤੇ ਤੋੜ ਲੈਂਦਾ। ਪਰ ਵਾਹ ਮੇਰੇ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀਓ, ਵਾਹ ਧੰਨ ਗੁਰੂ ਦੇਵ ਪਿਤਾ ਜੀਓ, ਆਪ ਐਡੀ ਬਖਸ਼ਿਸ਼ ਰਹਿਮਤ ਕਰਨ ਵਾਲੇ ਹੋ ਵੀ ਔਗਣਾ ਵਿਕਾਰਾਂ ਕਰਨ ਵਾਲਿਆਂ ਨੂੰ ਵੀ ਗਲੇ ਲਾ ਲੈਂਦੇ ਹੋ। ਹਮ ਅਵਗਣ ਭਰੇ ਏਕ ਗੁਣ ਨਾਹੀ ਵਾਲਿਆਂ ਨੂੰ ਵੀ ਸ਼ਰਨ ਵਿੱਚ ਰੱਖ ਲੈਂਦੇ ਹੋ। ਉਹ ਮਾਲਕ ਰਹਿਮਤ ਕਰਕੇ ਮਾਤਾ ਪਿਤਾ ਵੀ ਆਪ ਬਣਦਾ, ਆਪਣੇ ਬਾਲਕਾਂ ਨੂੰ ਜਿੱਥੇ ਪਾਲਦਾ ਉੱਥੇ ਸਿਆਣੇ ਵੀ ਆਪ ਕਰ ਲੈਂਦਾ ਹੈ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ, ਉਹ ਵਾਹਿਗੁਰੂ ਆਪੇ ਬਾਲਕ ਕਰੇ ਸਿਆਣੇ। ਅੱਜ ਅਰਦਾਸ ਕਰਿਓ, ਅਸੀਂ ਇਆਣੇ ਆ, ਅਸੀਂ ਬੇਸਮਝ ਆ, ਔਗਣਾਂ ਨਾਲ ਭਰੇ ਹੋਏ ਆ। ਮਾਲਕ ਰਹਿਮਤ ਕਰ ਦੇਣਾ, ਆਪਣੀ ਗੋਦ ਵਿੱਚ ਬਿਠਾ ਕੇ ਨਾਮ ਦੀ ਬਰਕਤ ਸੁਰਤ ਵਿੱਚ ਟਿਕਾ ਕੇ ਸਾਨੂੰ ਬੇਸਮਝ ਮੂਰਖ ਨਾ ਰਹਿਣ ਦੇਣਾ, ਸਾਨੂੰ ਤੁਸੀਂ ਸਿਆਣੇ ਕਰ ਲਵੋ ਜੀ। ਇਕ ਥੈ ਪੜ ਬੁੱਝੈ ਸਭ ਆਪੇ, ਇਕ ਥੈ ਆਪੇ ਕਰੇ ਇਆਣੇ। ਇੱਕ ਥੈ ਇੱਕ ਉਹ ਨੇ ਜਿਹੜੇ ਪੜ੍ਹਦੇ ਨੇ, ਧਰਮ ਦੀ ਦੁਨੀਆ ਦੇ ਅੱਖਰ ਪੜ੍ਹਦੇ ਨੇ। ਇੱਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਇੱਕ ਉਹ ਨੇ ਜਿਹੜੇ ਪੜ੍ਹ ਕੇ ਬੁੱਝਦੇ ਨੇ। ਪੜ੍ਹਨਾ ਹੋਰ ਗੱਲ ਏ, ਬੁੱਝਣਾ ਹੋਰ ਗੱਲ ਏ। ਬੁੱਝ ਲੈਣਾ ਮੈਂ ਕੀ ਆ, ਬੁਝਾਰਤ ਹੈ ਇਹ ਦੁਨੀਆ ਕੀ ਹੈ, ਬੁਝਾਰਤ ਹੈ ਸਾਡਾ ਧਰਮ ਕੀ ਹੈ, ਇਹ ਬੁੱਝ ਲੈਣਾ। ਧਰਮ ਨੂੰ ਪੜ੍ਹਨਾ ਉਹ ਹੋਰ ਗੱਲ ਏ। ਧਰਮ ਦੇ ਅੱਖਰ ਪੜ੍ਹ ਕੇ ਇੱਕ ਗਹਿਰੇ ਤਲ ਤੱਕ ਚਲੇ ਜਾਣਾ, ਦਰਖਤ ਨੂੰ ਵੇਖਣਾ ਹੋਰ ਗੱਲ ਏ, ਉਸ ਦੀ ਜੜ ਵੱਲ ਦੇਖਣਾ ਉਹ ਕੋਈ ਹੋਰ ਗੱਲ ਹੈ। ਚੂँਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਭਾਵੇਂ ਮੂਲ ਨਜ਼ਰ ਨਹੀਂ ਆਉਂਦਾ ਪਰ ਪਹਿਚਾਨਣਾ ਪੈਂਦਾ। ਪਾਣੀ ਬਿਨਾ ਮੂਲ ਵੇਖਿਆ ਪਾਉਣਾ ਪੈਂਦਾ। ਮੈਂ ਬੇਨਤੀ ਕਰਾਂ, ਉਹ ਤਮਾਮ ਸ੍ਰਿਸ਼ਟੀ ਬ੍ਰਹਿਮੰਡ ਦਾ ਜੋ ਮੂਲ ਹੈ, ਜੋ ਸਾਡਾ ਅਸਲੀ ਸਤ ਰੂਪ ਧਰਮ ਹੈ, ਉਸ ਨੂੰ ਪੜ੍ਹ ਕੇ ਬੁੱਝ ਲੈਣਾ। ਇੱਕ ਨਾ ਤੇ ਮਾਲਕ ਰਹਿਮਤ ਕਰਦਾ, ਉਹਨਾਂ ਨੂੰ ਧਰਮ ਦੀ ਸੋਝੀ ਦੇ ਦਿੰਦਾ। ਇੱਕ ਉਹ ਨੇ ਜਿਹੜੇ ਆਉਂਦੇ ਨੇ, ਮੈਂ ਬੇਨਤੀ ਕਰਾਂ ਸਮਝਦੇ ਨਹੀਂ। ਸ਼ਾਇਦ ਮੈਨੂੰ ਇੰਜ ਲੱਗਦਾ ਵੀ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ। ਇਹ ਗੱਲ ਸੱਚ ਹੈ। ਅੱਜ ਬਹੁਤ ਸਾਰੇ ਧਰਮ ਦੀ ਦੁਨੀਆ ਵਿੱਚ ਪਹਿਰਾਵੇ ਤੋਂ ਜਾਪਣਗੇ ਧਰਮੀ ਨੇ। ਮੈਂ ਤਵਾਰੀਖ ਗੁਰੂ ਖਾਲਸਾ ਦਾ ਇੱਕ ਬੋਲ ਕਹਾਂ। ਉਹ ਕਹਿੰਦੇ ਨੇ ਵੀ ਬਾਣਾ ਸਿੱਖੀ ਦਾ ਤੇ ਕੰਮ ਕੋਈ ਹੋਰ। ਉਹ ਸੱਚ ਕਰਕੇ ਜਾਣਿਓ, ਉਹ ਗੁਰੂ ਦਾ ਚੋਰ ਹੈ। ਭੇਖ ਸਿੱਖੀ ਕਾ ਕਰਮ ਹੋਰ, ਉਹ ਤੇ ਬਣਿਆ ਗੁਰੂ ਕਾ ਚੋਰ ਨਹੀਂ। ਆਓ ਅਰਦਾਸ ਕਰਕੇ ਮਾਲਕ ਰਹਿਮਤ ਕਰੋ, ਕਪਟੀ ਨਾ ਰਹਿ ਜਾਵਾਂ।
ਮੈਂ ਆਪਣੇ ਜੀਵਨ ਦਾ ਅਧਰਮ ਨਾ ਕਮਾਵਾਂ, ਕੀਮਤੀ ਮਨੁੱਖਾ ਜਨਮ ਮਿਲਿਆ, ਮੈਂ ਪਾਪ ਆਪਣੀ ਝੋਲੀ ਵਿੱਚ ਇਕੱਠਾ ਨਾ ਕਰਾਂ। ਮਾਲਕ ਰਹਿਮਤ ਕਰ ਦਿਓ, ਮੈਨੂੰ ਇਆਨਾ ਨਾ ਬਣਾਇਓ। ਨਹੀਂ ਤੇ ਇੱਕ ਉਹ ਨੇ ਜਿਹੜੇ ਪੜ੍ਹ ਕੇ ਬੁੱਝਦੇ ਸਿਆਣੇ ਹੋ ਜਾਂਦੇ ਨੇ, ਇੱਕ ਉਹ ਰਹਿ ਜਾਂਦੇ ਨੇ ਜਿਨ੍ਹਾਂ ਨੂੰ ਮਾਲਕ ਦੀ ਰਹਿਮਤ ਨਹੀਂ ਮਿਲਦੀ। ਉਹਨਾਂ ਨੂੰ ਸਿਆਣਪ ਤੋਂ ਸਖਣੇ ਰਹਿ ਕੇ ਉਹ ਇਆਨੀ ਜ਼ਿੰਦਗੀ ਬਤੀਤ ਕਰਦੇ ਹਨ ਜੀ। ਇਕ ਨਾ ਅੰਦਰ ਮਹਿਲ ਬੁਲਾਏ, ਜਾ ਆਪ ਤੇਰੇ ਮਨ ਸੱਚੇ ਭਾਣੇ। ਇੱਕ ਇਹਨਾਂ ਨੂੰ ਅੰਦਰ ਆਪਣੇ ਮਹਿਲ 'ਚ ਬੁਲਾ ਲੈਂਦਾ ਹੈ। ਮੈਂ ਇੱਕ ਬੇਨਤੀ ਕਰਾਂਗਾ, ਧਿਆਨ ਰੱਖਿਓ, ਉਸ ਵਾਹਿਗੁਰੂ ਦਾ ਮਹਿਲ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਚੂੰਕਿ ਆਪਣੇ ਮਹਿਲ ਵਿੱਚ ਇੱਕ ਇਹਨਾਂ ਨੂੰ ਬੁਲਾ ਲੈਂਦਾ, ਆਵਾਜ਼ ਮਾਰਦਾ, ਆ ਜਾਓ, ਲੰਘ ਆਓ। ਇਹ ਹਕੀਕਤ ਹੈ। ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਨਜ਼ਦੀਕ ਪਿੰਡ ਵਿੱਚ ਰਹਿਣ ਵਾਲਾ ਬੰਦਾ, ਜਿਸ ਦਾ ਕਰਮ ਬੜਾ ਘਟੀਆ, ਸ਼ਰਾਬ ਆਪ ਕੱਢਣੀ, ਵੇਚਣੀ ਵੀ ਤੇ ਪੀਣੀ ਵੀ। ਕਿਸੇ ਆਖਿਆ ਉਹ ਕਿਹੜੀ ਜ਼ਹਿਰ ਨਾਲ ਜੁੜਿਆ, ਉਹ ਅੰਮ੍ਰਿਤ ਦੇ ਦਾਤੇ ਕੋਲ ਚਲਾ ਜਾ। ਆ ਰਹੀ ਹੈ ਵਿਸਾਖੀ ਨਾ, ਮੈਂ ਬੇਨਤੀ ਕਰਾਂ, ਉਸ ਕੇਸਗੜ੍ਹ ਦੀ ਧਰਤੀ ਤੇ ਚਲਾ ਜਾ, ਉੱਥੋਂ ਖੰਡੇ ਬਾਟੇ ਦੀ ਅੰਮ੍ਰਿਤ ਪੋਹਲ ਛਕ ਕੇ ਜ਼ਿੰਦਗੀ ਅੰਮ੍ਰਿਤਮਈ ਬਣ ਜਾਏ। ਬੜਿਆ ਆਖਿਆ, ਮਨ 'ਚ ਖਿਆਲ ਆਇਆ ਵੀ ਜਾਵਾਂ ਤੇ ਸਹੀ। ਆ ਗਿਆ। ਜਦੋਂ ਦਰਬਾਰ 'ਚ ਪਹੁੰਚਿਆ ਨਾ, ਬਾਹਰ ਦਰਵਾਜ਼ੇ ਤੱਕ ਵੇਖਦਾ, ਸੰਗਤਾਂ ਦੀ ਇੰਨੀ ਸ਼ਾਨੋ ਸ਼ੌਕਤ, ਰਹਿਤ ਬਹਿਤ ਵਿੱਚ ਇਤਨੇ ਸੁੰਦਰ ਬਸਤਰ, ਚਿਹਰਾ ਸਜਿਆ। ਮੇਰੇ ਤੇ ਕੱਪੜੇ ਬੜੇ ਗੰਦੇ ਤੇ ਬੋ ਵੀ ਪਈ ਮਾਰਦੀ ਹੈ, ਕੁਝ ਪਸੀਨੇ ਦੀ ਤੇ ਕੁਝ ਸ਼ਰਾਬ ਦੀ। ਅੰਦਰ ਹੀਆ ਨਾ ਪਿਆ, ਦਰਵਾਜ਼ੇ ਕੋਲ ਖਲੋਤਾ, ਕਦੀ ਥੋੜਾ ਜਿਹਾ ਖੱਬੇ ਤੇ ਕਦੀ ਸੱਜੇ ਚਲਾ ਜਾਂਦਾ ਹੈ। ਮੇਰੇ ਸਾਹਿਬ ਨੇ ਨਜ਼ਰ ਭਰ ਕੇ ਤੱਕਿਆ, ਆਵਾਜ਼ ਦਿੱਤੀ, ਓਏ ਦਰ ਤੱਕ ਆ ਗਿਆ, ਅੰਦਰ ਘਰ ਵੀ ਆ ਜਾ, ਘਰ ਤੱਕ ਵੀ ਆ ਜਾ। ਅੰਦਰ ਲੰਘ ਗਿਆ। ਕੀ ਕਹਿੰਦਾ ਜੀ, ਮੈਂ ਨੀਵੀਂ ਜਾਤ ਦਾ ਕਲਾਲ ਹਾਂ। ਸ਼ਾਇਦ ਆਪ ਕਲਾਲ ਸ਼ਬਦ ਤੋਂ ਵਾਕਿਫ ਹੋਵੋਗੇ। ਜਿਹੜੇ ਸ਼ਰਾਬ ਕੱਢ ਕੇ ਵੇਚਦੇ ਨੇ, ਉਹਨਾਂ ਦੀ ਜਾਤ ਦਾ ਨਾਮ ਕਲਾਲ ਹੈ। ਆਖਿਆ ਜੀ, ਮੈਂ ਨੀਵੀਂ ਜਾਤ ਦਾ ਕਲਾਲ ਹਾਂ। ਮੇਰੇ ਸਾਹਿਬ ਕਹਿੰਦੇ ਨੇ, ਬਾਹਰ ਬਾਹਰ ਰਹੇਗਾ ਤੇ ਨੀਵੀਂ ਜਾਤ ਦਾ ਕਲਾਲ, ਅੰਦਰ ਲੰਘ ਗਿਆ, ਚਰਨੀ ਲੱਗ ਜਾ ਤੇ ਬਣ ਜਾ ਗੁਰੂ ਕਾ ਲਾਲ। अंदर आ जा, बाहर है ते कलाल है, अंदर आ जाए तो गुरु का लाल है। अंदर आ गया, चरनी टह पिया। महाराज बड़ी कृपा की जे, आवाज दे के चरनी ला लिया जे। मैं बेनती करा, सतगुरु की रहमत हो गई, अमृत छक के भाई लाल सिंह बन गया। बस जिन्हां ते रहमत कर दे, उन्होंने महल बुला लेंदा, जां आप तेरा मन सच्चे भाने। जिन्हों वो कबूल कर लेंदा, जिन्हां दा मन गुरु चरना विच जुड़िया हुंदा, प्यार विच भिजे, अपना आपा गुरु नाल जोड़ लेंदे, वो वाहिगुरु दी नज़र विच प्रवान हो जांदे, वो भा जांदे हैं जी। जिन्ना आपे गुरमुख दे वडियाई, से जान सच्ची दरगह जाने। जिन्हों आपे वो गुरमुख बना लेंदा, उन्होंने वडियाई बख्शदा, वो कह लईए सच्ची दरगाह विच जाने जाते ने, वो वाहिगुरू जी की हजूरी विच प्रवान हो जाते ने, जिन्हां ते मालक आप रहमत कर दे। मैं बेनती करा, जीवन काल विच गुरु के दर नाल ते रब के घर सिमरन नाल जुड़े रहो। शरीर त्यागन तो बाद वाहिगुरू जी की दरगाह विच उस करते की नज़र विच प्रवान हो जावांगे ते वाहिगुरू जी नाल एक मिकता बन जाएगी। ज्यों जल में जल आए समाना, त्यों ज्योति संग जोत समाना। मिट गए गवन पाए विश्राम, नानक प्रभ कह सद कुरबान की बख्शिश हो जाएगी। इत्थों तक अज दे पावन हुक्म के विचार। आओ लड़ीवार धन गुरु ग्रंथ साहिब जी के बोलों की कुछ सांझ करन दा हिया करिए जी। श्लोक महला तीजा। ये रामकली दी वार चों पंजवीं पौड़ी नाल संबंधित श्लोक का
ਆਰੰਭ ਗੁਰੂ ਅਮਰਦਾਸ ਜੀ ਦੇ ਬੋਲਾਂ ਰਾਹੀਂ ਹੁੰਦਾ ਹੈ ਜੀ। ਮਨ ਕਾ ਝੂਠਾ ਝੂਠ ਕਮਾਵੇ। ਦੇਖੋ, ਜਿਹੜਾ ਬੰਦਾ ਮਨ ਦਾ ਝੂਠਾ ਹੈ ਨਾ, ਅੰਦਰੋਂ ਝੂਠਾ ਹੈ, ਉਹ ਝੂਠ ਹੀ ਕਮਾਉਂਦਾ ਹੈ। ਉਸ ਦੀ ਕਿਰਿਆ ਵਿੱਚ ਝੂਠ ਹੈ, ਸੱਚ ਨਹੀਂ ਹੈ। ਉਸ ਦੇ ਕਦਮ ਦਿਖਾਵੇ ਤੇ ਹੋਰ, ਪਰ ਅੰਦਰੋਂ ਕੁਛ ਹੋਰ। ਇਸ ਕਰਕੇ ਸਾਹਿਬ ਕਹਿੰਦੇ ਨੇ, ਜਿਹੜੇ ਮਨ ਦੇ ਝੂਠੇ ਨੇ ਉਹ ਝੂਠ ਕਮਾਉਂਦੇ ਨੇ। ਉਹਨਾਂ ਕੋਲ ਸੱਚ ਕਮਾਉਣ ਦੀ, ਸੱਚ ਬੀਜਣ ਦੀ, ਸੱਚ ਕਰਨ ਦੀ ਅੰਦਰ ਭਾਵਨਾ ਨਹੀਂ ਹੁੰਦੀ ਹੈ ਜੀ। ਮਾਇਆ ਨੂੰ ਫਿਰੈ ਤਪਾ ਸਦਾਵੈ। ਹੁਣ ਤਪਾ ਸਦਾਉਂਦਾ ਹੈ। ਲੋਕ ਕਹਿੰਦੇ ਨੇ ਤਪਸਵੀ ਹੈ, ਤਪ ਕਰਦਾ ਹੈ, ਸਰੀਰ ਤਪਾਉਂਦਾ ਹੈ। ਤੇ ਤਪ ਦਾ ਵੱਖਰਾ ਵੱਖਰਾ ਰੂਪ ਅਖੌਤੀ ਧਰਮ ਦੀ ਦੁਨੀਆ 'ਚ ਰਿਹਾ ਵੀ ਸਰਦੀ ਆ ਜਾਏ ਲੋਕ ਤੇ ਅੱਗ ਬਾਲਦੇ ਨੇ, ਨਿਕ ਲੈਂਦੇ ਨੇ। ਇਹ ਸਿਰ ਵਿੱਚ ਪਾਣੀ ਪਵਾ ਰਹੇ, ਜਲ ਧਾਰਾ ਕਰ ਰਹੇ ਹੈ। ਗਰਮੀ ਆ ਗਈ, ਲੋਕ ਠੰਡਕ ਵਿੱਚ ਪਾਣੀ ਵਿੱਚ ਨਹਾਉਂਦੇ ਨੇ। ਇਹ ਧੂਣੀਆਂ ਤਪਾਈ ਬੈਠੇ, ਤਪਾ ਰਿਹਾ ਸਰੀਰ ਨੂੰ। ਸਰੀਰ ਤਪਾਉਣਾ ਕਿਸ ਵਾਸਤੇ? ਮੈਂ ਇੱਕ ਬੇਨਤੀ ਕਰਾਂ, ਇਹ ਤੇ ਹਾਲਤ ਹੈ ਵੀ ਗ੍ਰਹਿਓ ਤਜ ਬਨ ਖੰਡ ਜਾਈਐ, ਚੁਨ ਖਾਈਐ ਕੰਦਾ, ਅਜੋਂ ਵਿਕਾਰ ਨਾ ਛੋੜੇ ਪਾਪੀ ਮਨ ਮੰਦਾ। ਸਰੀਰ ਨੂੰ ਕਿੰਨਾ ਵੀ ਤਪਾ ਲਓ, ਲੇਕਿਨ ਅੰਦਰ ਆਪਾਂ ਮਨ ਉਸ ਤਪਸ਼ ਦੇ ਨਾਲ ਸਵਰਦਾ ਨਹੀਂ। ਇਸ ਕਰਕੇ ਸਾਹਿਬ ਕਹਿੰਦੇ ਨੇ, ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ, ਮਾਇਆ ਇਕੱਠੀ ਕਰਨ ਵਾਸਤੇ, ਮਾਇਆ ਨੂੰ ਫਿਰੈ ਤਪਾ ਸਦਾਵੈ। ਉਹ ਪਿੱਛੇ ਅੰਦਰ ਲਾਲਸਾ ਵੀ ਪੈਸੇ ਮਿਲਣ, ਮਾਇਆ ਆ ਜਾਏ, ਲੋਕ ਕਹਿਣ ਵੀ ਬੜਾ ਬਾਬਾ ਹੈ, ਬੜਾ ਤਪਸਵੀ ਹੈ, ਤਪਾ ਨਾ ਹੋਵੇ। ਅੰਦਰੋਂ ਲੋਭੀ ਮਾਇਆ ਨੂੰ ਫਿਰੇ ਜਜਮਾ ਲਿਆ, ਅੱਗੋਂ ਦੇ ਸੱਦਿਆ, ਸਤਿ ਦੀ ਭਿੱਖਿਆ ਲੈ ਨਾਹੀਂ, ਪਿੱਛੋਂ ਦੇ ਪਛਤਾਏ ਕੇ ਆਨ ਤਪੇ ਪੁੱਤ ਵਿੱਚ ਬਹਾਲਿਆ। ਪੰਚ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲੈ ਰਿਹਾ ਗਾਲਿਆ। ਜਿੱਥੇ ਥੋੜਾ ਧਨ ਵੇਖੇ ਤਿੱਥੇ ਤਪਾ ਪਿੱਟੇ ਨਾਹੀਂ, ਧਨ ਬਹੁਤੇ ਡਿੱਠੇ ਤਪੈ ਧਰਮ ਹਾਰਿਆ। ਭਾਈ ਇਹ ਤਪਾ ਨਾ ਹੋਵੀ, ਬਗਲਾ ਹੈ ਬੈਸਾਧ ਜਨਾ ਵਿਚਾਰਿਆ। ਸਤਿਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤ ਵਿੱਚ ਹੋਵੈ। ਏਤ ਦੁਖ ਹੈ ਤਪਾ ਦਇ ਮਾਰਿਆ। ਮੈਂ ਬੇਨਤੀ ਕਰਾਂ, ਧਰਮ ਰਾਏ ਜਮ ਕੰਕਰਾਂ ਨੂੰ ਆਗ ਛੱਡਿਆ। ਇਸ ਤਪੇ ਨੂੰ ਤਿੱਥੇ ਖੜ ਪਾਇਓ ਜਿੱਥੇ ਮਹਾ ਮਹਾ ਹਥਿਆਰਿਆ। ਫਿਰ ਇਸ ਤਪੇ ਦੇ ਮੂੰਹ ਕੋਈ ਲੱਗੋ ਨਹੀਂ, ਇਹ ਸਤਿਗੁਰ ਹੈ ਫਟਕਾਰਿਆ। ਮੈਂ ਬੇਨਤੀ ਕਰਾਂ, ਜੇ ਗੁਰੂ ਦਰ ਨਾਲ ਵੀ ਇਹ ਤਪਾ ਈਰਖਾ ਕਰਨ ਵਾਲਾ ਸੀ, ਮੈਂ ਬੇਨਤੀ ਕਰਾਂ, ਸਤਿਗੁਰੂ ਕਹਿਣ ਲੱਗੇ ਇਸ ਤਪੇ ਦੀ ਹਾਲਤ ਇਹ ਜੀ ਹੈ। ਸੋ ਬਾਹਰੋਂ ਤਪਾ ਸਦਾਵੇ, ਅੰਦਰੋਂ ਮਾਇਆ ਦਾ ਲਾਲਚੀ ਹੋਵੇ, ਉਹ ਗੁਰੂ ਤੇ ਪਰਮੇਸ਼ਵਰ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ ਹੈ ਜੀ। ਭਰਮੇ ਭੂਲਾ ਸਭ ਤੀਰਥ ਗਹ। ਪੈਰਾਂ ਵਿੱਚ ਜੁੱਤੀ ਨਹੀਂ ਪਾਈ, ਤੀਰਥਾਂ ਵਿੱਚ ਤੇ ਭਰਮਣ ਕਰਦਾ ਫਿਰਦਾ, ਭਰਮ ਵਿੱਚ ਭੁੱਲਾ। ਮੈਂ ਇੱਕ ਬੇਨਤੀ ਕਰਾਂ, ਸਤਿਗੁਰੂ ਇੱਕ ਗੱਲ ਕਹਿੰਦੇ ਨੇ, ਜੇ ਭਰਮ ਵਿੱਚ ਭੁੱਲ ਕੇ ਭੁਲੇਖਾ ਖਾ ਕੇ ਤੀਰਥਾਂ ਦਾ ਰਟਨ ਕਰਦਾ ਫਿਰੇ ਤੇ ਸਾਰੇ ਤੀਰਥ ਇਹ ਆਖੇ, ਜੇ ਉਹ 68 ਤੀਰਥ ਨਾਵੇ, 68 ਤੀਰਥਾਂ ਦਾ ਵੀ ਇਸ਼ਨਾਨ ਕਰ ਲਏ, ਪਰ ਅੰਦਰ ਹਿਰਦਾ ਝੂਠ ਨਾਲ ਜੁੜਿਆ ਹੋਇਆ, ਈਰਖਾ ਤੇ ਨਿੰਦਾ ਵਿੱਚ ਭਰਿਆ ਹੋਇਆ, ਉਹ ਤਪਾ ਪ੍ਰਵਾਨ ਨਹੀਂ ਹੈ ਜੀ। ਉਹ ਤਪਾ ਕੈਸੇ ਪਰਮ ਗਤ ਲਹੈ। ਉਹ ਤਪਾ ਕਿਵੇਂ ਪਰਮ ਪਦਵੀ ਹਾਸਲ ਕਰੇਗਾ? ਦੇਖੋ, ਸਰੀਰਕ ਤੌਰ ਤੇ ਵਧੀਆ ਆਸਨ ਲਾ ਲੈਣਾ ਸੌਖੀ ਜੀ ਗੱਲ ਹੈ, ਬਾਹਰੋਂ ਵਧੀਆ ਪਲੰਗ ਵਿਛਾ ਲੈਣਾ, ਗੱਦੀ ਲਾ ਲੈਣੀ ਸੌਖੀ ਜੀ ਗੱਲ ਹੈ, ਪਰ ਅੰਦਰ ਮਨ ਦੀ ਸੁਰਤ ਦੀ ਗੱਦੀ ਵਾਹਿਗੁਰੂ ਵਾਹਿਗੁਰੂ ਦੇ ਚਰਨਾਂ ਵਿੱਚ ਬੈਠ ਜਾਣੀ, ਉਹ ਸੁਰਤ ਨੂੰ ਪਰਮ ਗਤੀ ਮਿਲ ਜਾਣੀ, ਪਰਮ ਪਦਵੀ ਮਿਲ ਜਾਣੀ। ਉਹ ਕਿਵੇਂ ਮਿਲੇਗੀ ਜੇ ਇਸ ਤਰ੍ਹਾਂ ਬਾਹਰਲੇ ਅਖੌਤੀ ਕਰਮ ਕਰਦਾ ਰਹਿ ਜਾਏਗਾ। ਗੁਰ ਪ੍ਰਸਾਦੀ ਕੋ ਸੱਚ ਕਮਾਵੇ। ਗੁਰੂ ਦੀ ਕਿਰਪਾ ਨਾਲ ਅੱਜ ਅਰਦਾਸ ਕਰਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਕਿਰਪਾ ਕਰ ਦਿਓ ਨਾ, ਅਸੀਂ ਝੋਲੀ ਲੈ ਕੇ ਆਏ ਹਾਂ।
गुरु रामदास महाराज साडे ते बख्शिश कर दिओ, असी झूठ ना कमाइए, असी सच कमाइए। गुर प्रसादी को सच कमावे, को कोई हैन विरले नाही घने, विरले विरले ने जग में उत्तम काढ़िए, विरले कई के कोई गुरु की कृपा का पात्र बन जाए, अंदर सचमुच जीवन च भावना बन जाए मैं कुछ लेना है, कमाना है, वो सच कमाना है। वो सच किवें कमाया जाता है? मुख विच सच, वाहिगुरु, बोलन विच सच, झूठ नहीं, अंदर कपट नहीं है, अंदर भी सच है, सेवा विच जुड़े है, परोपकार विच जुड़े है। तो जदों सच कमाएगा, ये गल सच करके जानियो, जिंदगी विच हिरदे विच शुभ गुणों का खजाना भर लेगा। रोज़ सच कमायो। जदों गुरु का सिख अमृत वेले नितनेम विच जुड़दा है, वो सच कमा रहे। जदों अखां धन गुरु ग्रंथ साहब ते गुरु की संगत दे दर्शन करदियां ने, या इस कायनात विचों कुदरत विचों करते दे दर्शन करदियां ने, अखां भी सच कमा रही हैं। ध्यान च रखियो, कन भी सच कमांदे ने। जदों घट घट वाजै नाद, वो सुनन लग जाता है, सब्बे घट राम बोले। कन भी सच कमा रहे ने, अंदरों मन चितवन करदा है। ये गल ध्यान च रखियो, उसकी चितवना विच भी सच है। यह है सच कमाउण दे साधन। मैं बेनती करा, संगत विच आउणा, मस्तक झुकाउणा, शरीर सच कमा रहा है, बर्तनां दी सेवा विच जुड़िया है, धर्म स्थान दे झाड़ू सेवा विच जुड़िया है। मैं समझ लेना भी वो शरीर भी सच कमा रहा है। अगों किरत करनी, उस किरत विच भी झूठ इकट्ठा नहीं करता, पाप नाल पैसा नहीं कमाउंदा। एक गल जरूर विचार च रखियो, जिसनों जो जीवन मिलिया, चाहे नौकरी करदा है, चाहे खेती बाड़ी करदा है, चाहे बिजनेस व्यापार करदा है, चाहे कोई राज सिंघासन ते बैठा है, जदों अपने जीवन वाल झात मारदा है भी मेरे जीवन विच किसी पक्ष तो पाप ते नहीं इकट्ठा हो रहा, फिर समझ लेना गुरु की कृपा है भी फिर वो सच कमाउंदा है। गुर प्रसादी को सच कमावे, गुरु की कृपा नाल फिर कोई सच की कमाई करता है जी। नानक सो तप मुखंतर पावै। साहब कहते ने वो तप है, वो मुखंतर मोख पदवी तक पुज जाता है, मुक्त हो जाता है, बंधना विच नहीं पैंदा है, जम्मन मरण विच नहीं जाता है। ये आप जदों अमृत वेले जागदे हो ना, देखो नींद पर छड्डी, ये भी एक तप है। नहीं तो चाहते हैं भी बड़े बिस्तरे दी शांत अवस्था विच निक विच पै रही है, ते नहीं, जदों गुरु का सिख सेवा विच जुड़ जाता है। गुर सेवा तपा सिर तप सार। साहब कहते ने गुरु घर की सेवा करनी, ये भी एक तप है। जिथे शरीर धर्म की दुनिया वाल जाते हैं, थोड़ी औखियाई मन्ने, आखण औखा साचा ना, ये भी एक तप है। बह जाना है, सिमरन करना है, मन भावें नहीं भी रस ले रहा, सिमरन करना है। वो गुरु की कृपा नाल जदों कोई इंज सच कमाउंदा है, ये समझ लेना वो भी सदग्रस्त जीवन विच रहन वाला तपा बन गया है, तपस्वी बन गया है। साहब कहते ने वो मुखंतर पावे, अपने जीवन नूं मुकत अंदर लै गया, भाव मुक्ति दे दर घर तक पुज गया। ये साहब रहमत करन, सतगुरु गुरु रामदास पातशाह बख्शिश करन जी। इंज अपने जीवन नूं असी गुरु चरनां नाल जोड़ के ते धर्म की दुनिया नाल जुड़न दा एक कदम उठाते रहिए, अरदास करते रहिए। इन्हां अखरां नाल धन गुरु रामदास पातशाह जी का ते श्री गुरु ग्रंथ साहिब महाराज जी का कोटान कोट धन्नवाद करदे हां। हार्दिक तौर पर
ਆਈਆਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੂਹ ਪ੍ਰਬੰਧ ਦਾ ਤਹਿ ਦਿਲੋਂ ਧੰਨਵਾਦ। ਸਿੰਘ ਸਾਹਿਬ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ। ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਨੇ ਸ਼ਬਦ ਪੜ੍ਹਿਆ, ਸ਼ਬਦ ਵਿਚਾਰ ਕਰਾਉਣ ਵਿੱਚ ਜੋ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ, ਇਹਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਆਓ ਦਾਸਰੇ ਦੀਆਂ ਭੁੱਲਾਂ ਦੀ ਖਿਮਾ ਕਰਦੇ ਹਾਂ, ਦੋ ਪੰਕਤੀਆਂ ਪੜ੍ਹ ਕੇ ਸੰਪੂਰਨਤਾ ਕਰੀਏ ਜੀ। ਗੁਰ ਪ੍ਰਸਾਦੀ ਕੋ ਸੱਚ ਕਮਾਵੈ, ਨਾਨਕ ਸੋ ਤਪ ਮੁਖ ਅੰਤਰ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।